ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਕਦੋਂ ਛੇਕ ਰਹੇ ਹੋ ਪੰਥ ਚੋਂ 2 ਮੰਤਰੀ ਤੇ 3 ਵਿਧਾਇਕ? 11 ਅਗਸਤ 2021 ਦੀ ਤਰੀਕ ਦਿੱਤੀ ਹੋਈ ਹੈ। ਸਪਸ਼ਟੀਕਰਨ ਨਹੀਂ ਲਓਗੇ? ਉਦਾਂ ਹੀ ਛੇਕ ਰਹੇ ਹੋ? ਸਪਸ਼ਟੀਕਰਨ ਤੇ ਦੇਣਾ ਤੇ ਦੂਰ, ਹੁਣ ਤੇ ਜਗਜ਼ਾਰ ਹੋ ਚੁੱਕਾ ਹੈ। ਤੁਹਾਡਾ ਮਤਲਬ ਪਹਿਲਾਂ ਹੀ ਭੇਜ ਦਿੱਤਾ ਗਿਆ, ਬਿਲਕੁਲ ਕਾਰਵਾਈ ਦਾ ਮੌਕਾ ਹੈ। ਬਿਲਕੁਲ ਸਹੀ ਗੱਲ। ਇਹਦਾ ਮਤਲਬ ਹੈ ਕਿ ਉਧਰ ਵੀ ਸਭ ਠੀਕ ਨਹੀਂ, ਪਰਦੇ ਫਰੋਲੇ ਜਾਣਗੇ, ਝੱਗੇ ਚੱਕੇ ਜਾਣਗੇ। ਨਹੀਂ, ਉੱਥੇ ਤੇ ਪਰਦਾ ਪਾਇਆ ਗਿਆ, ਪਰਦੇ ਦੇ ਥੱਲੇ ਕੀ ਵਾਪਰਿਆ ਉਹ ਸਾਡੇ ਕੋਲ ਸੁਣਿਓ। ਸੁਣਦਾ ਹੈ, ਲੇਕਿਨ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਆ ਕਿ ਜੇ ਮੈਂ ਪੁਲਿਸ ਅਫਸਰ ਹੁੰਦਾ ਜੀ ਤਾਂ ਸੈਣੀ ਦੀ ਕੰਧ ਟੱਪ ਕੇ ਅੰਦਰ ਜਾ ਵੜਦਾ। ਬਿਲਕੁਲ ਹੋਣਾ ਚਾਹੀਦਾ। ਔਰ ਉਹਨਾਂ ਦੇ ਸਾਹਮਣੇ ਉਦਾਹਰਨ ਆ ਪੀ ਚਿਦੰਬਰਮ ਵਾਲੀ, ਈਡੀ ਟੱਪ ਹੀ ਗਿਆ ਸੀ ਕੰਧ ਅੰਦਰ। ਲੇਕਿਨ ਇੱਕ ਹੋਰ ਸਵਾਲ ਖੜਾ ਕਰ ਦਿੰਦੇ ਕਿ ਸਰਬਜੀਤ ਸਿੰਘ ਵਿਰਕ ਸਾਬਕਾ ਡੀਜੀਪੀ ਨੂੰ 3 ਸਟੇਟਾਂ ਚੱਕ ਕੇ ਪੁਲਿਸ ਚੱਕ ਲਿਆਈ ਸੀ। ਬਿਲਕੁਲ ਠੀਕ ਹੈ। ਇੱਥੇ ਸਾਨੂੰ ਫੋਨ ਬੰਦ ਕਰਨੇ ਪੈ ਗਏ। ਜੀ ਲੋਕ ਪੁੱਛਦੇ ਆ ਉਹ ਸੂਈ ਸੀ, ਲੱਭੀ ਨਾ। ਬਿਲਕੁਲ। ਔਰ ਬਕਾਇਦਾ ਹੁਣ ਜਿਹੜਾ ਆ ਅਸਲ ਦੇ ਵਿੱਚ ਜੰਗ ਜਿਹੜੀ ਆ ਹੁਣ ਸ਼ੁਰੂ ਹੋਈ ਹੈ ਇਹਨਾਂ ਦੀ, ਮਤਲਬ ਜੋ ਟੱਕੀਆਂ ਸੀ ਰਿੱਝਣ ਡੈ ਪਈਆਂ ਨੇ, ਰੱਜਣ ਲੱਗ ਪਈਆਂ। ਬਰਗਾੜੀ ਮਾਮਲਿਆਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਜ਼ਬਾਤੀ ਹੋ ਗਏ, ਪਰ ਮੀਡੀਆ ਤੇ ਆ ਗਏ, ਪਰਦੇ ਤੇ ਬੜਾ ਕੁਝ ਚੱਲੀ ਜਾਂਦਾ ਹੈ। ਲੇਕਿਨ ਇੱਕ ਕੰਸੋਸ਼ ਸਪਸ਼ਟ ਸ਼ਬਦਾਂ 'ਚ ਅੱਗੇ ਵੱਧਦੀ ਪਈ ਆ ਕਿ ਆਉਂਦੀ 11 ਤਰੀਕ ਨੂੰ ਇਹ 3 ਐਮਐਲਏ ਔਰ 2 ਵਜ਼ੀਰ ਅਕਾਲ ਤਖਤ ਸਾਹਿਬ ਦੇ ਮਤਵਾਜੀ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਤਲਬ ਕੀਤੇ ਆ। ਉਸ ਦਿਨ ਕੁਝ ਵੀ ਹੋ ਸਕਦਾ ਹੈ। ਇਹ ਦੋਵੇਂ ਮੰਤਰੀ ਤੇ 3 ਐਮਐਲਏ ਪੰਥ ਚੋਂ ਛੇਕੇ ਵੀ ਜਾ ਸਕਦੇ। ਲੇਕਿਨ ਬੜਾ ਸਾਫ਼ ਹੈ ਜੀ ਕਿ ਜਦੋਂ ਸਪਸ਼ਟੀਕਰਨ ਮੰਗਿਆ ਸੀ ਉਹ 2 ਅਗਸਤ 2021 ਨੂੰ ਦੇਣਾ ਸੀ ਜੀ। ਹੁਣ ਜਦੋਂ ਇਹਨਾਂ ਦਾਅਵਾ ਕੀਤਾ ਮੰਤਰੀਆਂ ਨੇ ਕਿ ਅਸੀਂ ਤਾਂ ਸਪਸ਼ਟੀਕਰਨ ਭੇਜ ਦਿੱਤਾ ਸੀ, ਲੇਕਿਨ ਉਹਨਾਂ ਫਿਰ ਵੀ ਜਾਰੀ ਕੀਤਾ ਸੀ 2021 ਦੇ ਵਿੱਚ 11 ਅਗਸਤ ਨੂੰ ਆਓ। ਲੇਕਿਨ ਜਦੋਂ ਹੁਣ ਸਾਰਾ ਕੁਝ ਸਪਸ਼ਟ ਹੋ ਗਿਆ ਵੀ ਅਸੀਂ ਤੇ ਉਸ ਨੂੰ ਜਥੇਦਾਰ ਮੰਨਾਂਗੇ ਜਿਹਨੂੰ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹਜੂਰ ਸਾਹਿਬ ਵਾਲੇ ਜਥੇਦਾਰ ਮੰਨਦੇ ਆ। ਮਤਲਬ ਟਕਰਾਅ ਹੁਣ ਸਿਖਰ ਤੇ ਆ। ਬਿਲਕੁਲ। ਸਵਾਲ ਤਾਂ ਇਹ ਹੈ ਕਿ ਅਗਲਿਆਂ ਨੇ ਭਾਈ ਧਿਆਨ ਸਿੰਘ ਮੰਡ ਨੂੰ ਸ਼ੀਸ਼ਾ ਵਿਖਾਤਾ। ਬਿਲਕੁਲ। ਇਹ ਦੱਸਤਾ ਜੀ ਵੀ ਪਰਦੇ ਵਾਲੇ ਕੀ ਹੁੰਦਾ ਰਿਹਾ। ਜੀ ਇਸ਼ਾਰਾ ਦੇਤਾ, ਤੁਹਾਡੀ ਮੁੱਖ ਮੰਤਰੀ ਨਾਲ ਗੱਲ ਚੱਲਦੀ ਸੀ। ਬਿਲਕੁਲ। ਇਸ਼ਾਰਾ ਦੇਤਾ ਤੁਸੀਂ ਮਾਨਤਾ ਪ੍ਰਾਪਤ ਨਹੀਂ ਹੋ। ਜੀ ਇਸ਼ਾਰਾ ਦੇਤਾ ਤੁਹਾਡੀ ਜਿਹੜੀ ਚਾਲ ਸੀ, ਤੁਹਾਡਾ ਐਕਟ ਸੀ, ਤੁਹਾਡਾ ਕੰਮ ਕਰਨ ਦਾ ਤਰੀਕਾ ਸੀ, ਸ਼ੱਕੀ ਸੀ। ਜਦੋਂ ਇਹ ਸਭ ਦੇਤਾ, ਤੁਹਾਨੂੰ ਲੱਗਦਾ ਕਿ ਭਾਵੇਂ ਮਤਵਾਜੀ ਹੋਵੇ, ਮਤਵਾਜੀ ਹੋਣ, ਜੀ ਜਥੇਦਾਰ ਤੇ ਜਥੇਦਾਰ ਹੁੰਦੇ ਆ। ਬਿਲਕੁਲ। ਤੇ ਕਿਹੜਾ ਕੋਈ ਡਿਸਪਲਿਨ ਲਾਗੂ ਹੁੰਦਾ ਜੀ ਜਿਹੜਾ ਮਰਜ਼ੀ ਫੈਸਲਾ ਦੇਣ। ਆਉਂਦੇ ਦਿਨਾਂ 'ਚ ਇਹਦਾ ਮਤਲਬ ਹੈ ਕਿ ਇੱਕ ਤਾਂ ਅਨੈਤਿਕ ਕਾਰਵਾਈਆਂ ਕਰਕੇ ਡੇਰਾ ਬਾਬਾ ਨਾਨਕ ਦਾ ਸਾਬਕਾ ਆਗੂ ਜੀ ਪੰਥ ਚੋਂ ਛੇਕਤਾ, ਜੀ ਤੇ ਦੂਜਾ ਪੰਥਕ ਕੰਮ ਕਰਦਿਆਂ ਹੋਈਆਂ ਊਣਤਾਈਆਂ ਜਿਹੜੀਆਂ ਉਹ ਕਹਿੰਦੇ ਸਾਡੇ ਤੋਂ ਹੋਈਆਂ ਹੀ ਨਹੀਂ, ਜੀ ਉਹਦੇ ਕਾਰਨ ਪੰਥ ਚੋਂ ਬਾਹਰ ਜਾ ਸਕਦਾ। ਇੱਕ ਮੁੱਖ ਧਾਰਾ ਵੱਲੋਂ ਛੇਕਿਆ, ਇੱਕ ਬਾਗੀ ਜਥੇਦਾਰਾਂ ਵੱਲੋਂ ਛੇਕਿਆ। ਛੇਕਣ ਦੀ ਪ੍ਰਕਿਰਿਆ 'ਚ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਦਾ ਕੀ ਕਸੂਰ ਹੈ? ਦੇਖੋ, ਪਹਿਲੀ ਗੱਲ ਤੇ ਸਾਫ਼ ਹੈ, ਘੱਟੋ ਘੱਟ ਇਹ ਜਿੰਨੇ ਵੀ 2 ਮੰਤਰੀ 3 ਵਿਧਾਇਕ ਆ, ਇਹਨਾਂ ਨੂੰ ਇੱਕ ਸਵਾਲ ਕਰਨਾ ਜ਼ਰੂਰ ਬਣਦਾ ਹੈ। ਜੇ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਨੂੰ ਜੀ ਅਕਾਲ ਤਖਤ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ, ਦਿੱਲੀ ਕਮੇਟੀ ਵੱਲੋਂ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਵੱਲੋਂ ਮਾਨਤਾ ਨਹੀਂ ਸੀ, ਫਿਰ ਤੁਸੀਂ ਕਿਸ ਹੈਸੀਅਤ ਦੇ ਵਿੱਚ ਉਸ ਮੰਚ ਤੇ ਜਾ ਕੇ ਬਾਰ-ਬਾਰ ਸੰਬੋਧਨ ਦੇ ਵਿੱਚ ਕਹਿ ਰਹੇ ਸੀ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਜੀ ਕਿਸ ਹੈਸੀਅਤ ਦੇ ਵਿੱਚ ਤੁਸੀਂ ਮਾਨਤਾ ਦਿੱਤੀ ਹੋਈ ਹੈ? ਕਿਸੇ ਸੰਸਥਾ ਦੀ ਮਾਨਤਾ ਨੂੰ ਸਿਰਫ ਬਹਾਨਾ ਨਾ ਬਣਾਇਆ ਜਾਵੇ। ਸਰਦਾਰ ਜੀ, ਉਹਨਾਂ ਨੇ ਆਪਣੀ ਚਿੱਠੀ 'ਚ ਸਪਸ਼ਟ ਕਰਤਾ ਹੈ ਜੀ। ਉਹਨਾਂ ਕਿਹਾ ਜੀ ਤੁਸੀਂ ਮੋਰਚੇ ਦੇ ਡਿਕਟੇਟਰ ਸੀ ਜੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਜਥੇਦਾਰ ਅਕਾਲ ਤਖਤ ਦੀ ਹੈਸੀਅਤ 'ਚ ਤੁਹਾਨੂੰ ਮਿਲਦੇ ਰਹੇ ਆ। ਜੀ ਹੁਣ ਮੈਨੂੰ ਉਹ ਵੀ ਪਰਦਾ ਚੱਕ ਦਿਓ। ਚਲੋ ਅਜੇ ਮੈਨੂੰ ਲੱਗਦਾ ਇਹ 2 ਮੰਤਰੀ ਤਾਂ ਝਿਜਕਦੇ ਆ। ਜੀ ਝਿਜਕਦੇ ਆ ਕਿ ਉਹਲੇ 'ਚ ਕੀ ਹੁੰਦਾ ਰਿਹਾ, ਜੀ ਸਾਹਮਣੇ ਮੰਚ ਤੇ ਪਰਦੇ ਤੇ ਕੀ ਹੁੰਦਾ ਇਹ ਤਾਂ ਦੇਖਿਆ ਸਭ ਨੇ। ਜੀ ਪਰਦੇ ਦੇ ਪਿੱਛੇ ਇੱਕ ਹੋਰ ਗੱਲਬਾਤ ਵੀ ਚੱਲਦੀ ਰਹੀ, ਜਿਹਦਾ ਸੰਕੇਤ ਇਹਨਾਂ 2 ਮੰਤਰੀਆਂ ਨੇ, ਖਾਸ ਤੌਰ ਤੇ ਰੰਧਾਵਾ ਨੇ ਦਿੱਤਾ ਕਿ ਤੁਹਾਡੀ ਗੱਲਬਾਤ ਸਿੱਧੀ ਮੁੱਖ ਮੰਤਰੀ ਨਾਲ ਚੱਲਦੀ ਸੀ। ਮੈਨੂੰ ਉਹ ਖੋਲ ਕੇ ਘੁੰਡੀ ਦੱਸਿਓ, ਇਹ ਕਿਹੜੇ ਵਾਇਆ ਮੀਡੀਆ ਚੱਲਦੀ ਸੀ? ਸੁਣਿਆ ਤੁਸੀਂ ਕਿ ਢਿੱਡ 'ਚ ਲਗਾਈ ਫਿਰਦੇ ਹੋ। ਜਦੋਂ ਇਹ ਮੰਤਰੀਆਂ ਨਾਲ ਗੱਲਬਾਤ ਚੱਲਦੀ ਸੀ, ਉਸੇ ਸਮੇਂ ਦੌਰਾਨ ਕੈਪਟਨ ਸਾਹਿਬ ਦੇ ਇੱਕ ਸਲਾਹਕਾਰ ਬਹੁਤ ਨਜ਼ਦੀਕੀ ਬਰਗਾੜੀ ਪੁੱਜਦੇ ਨੇ
ਬਰਗਾੜੀ ਦੇ ਵਿੱਚ ਇੱਕ ਬੜਾ ਮਸ਼ਹੂਰ ਪੈਟਰੋਲ ਪੰਪ ਹੈ ਜੀ ਜੋ ਕਿ ਇੱਕ ਪੁਲਿਸ ਅਫੀਸਰ ਦਾ ਹੈ। ਜੀ ਇਹ ਸਾਰੀਆਂ ਗੱਡੀਆਂ ਉੱਥੇ ਹੀ ਆ ਕੇ ਲੱਗਦੀਆਂ ਸਨ ਜੀ ਔਰ ਜਿਹੜਾ ਸਾਡਾ ਮੀਡੀਆ ਸੀ ਇਹ ਵੀ ਗੱਡੀਆਂ ਪਿਛਾਂਹ ਲਾ ਦਿੰਦਾ ਸੀ ਵੀ ਵੇਲੇ ਕੋਲੇ ਕੁਛ ਅਭੀ ਨਬੀ ਨਾ ਹੋਵੇ। ਹੂੰ ਔਰ ਉੱਥੇ ਸਾਡਾ ਇੱਕ ਸਾਥੀ ਪੱਤਰਕਾਰ ਜੀ ਜਿਹੜਾ ਕਿ ਸੰਗਰੂਰ ਤੋਂ ਜਾਂਦਾ ਸੀ ਆਪਣੀ ਕਾਰ ਲੈ ਕੇ, ਕਹਿੰਦਾ ਕਿ ਅਸੀਂ ਗੱਡੀ ਲਾਈ ਤੇ ਇੱਕ ਸੱਜਣ ਆਏ ਵਕਫਕਾਰ, ਕਹਿੰਦੇ ਕਿ ਭਾਈ ਸਾਹਿਬ ਜੇ ਗੱਡੀ ਦੇ ਦਿਓ ਕੁਛ ਸਮੇਂ ਲਈ। ਕਹਿੰਦਾ ਇਹ ਕਿ ਕੀ ਗੱਲ ਹੋ ਗਈ? ਕਹਿੰਦੇ ਜਿੱਦਾਂ ਕਰਕੇ ਕੋਈ VIP ਆਏ ਨੇ ਹੂੰ ਤੇ ਉਹ ਇੱਥੇ ਆਪਣੀ ਸਰਕਾਰੀ ਗੱਡੀ ਨਹੀਂ ਲਿਆਉਣੀ ਚਾਹੁੰਦੇ। ਜੀ ਕਹਿੰਦੇ ਅਸੀਂ ਕਿਹੜੀ ਗੱਲ ਆ, ਸੱਜਣਤਾਈ ਦੇ ਵਿੱਚ ਗੱਡੀ ਦੇ ਦਿੱਤੀ ਵੀ ਜਾਓ ਲੈ ਜਾਓ। ਹੂੰ ਕਹਿੰਦੇ ਬਾਅਦ ਚ ਪਤਾ ਲੱਗਾ ਕਿ ਜਿਹੜੇ VIP ਆਏ ਉਹ 15 ਕਿਲੋਮੀਟਰ ਪਰੇ ਆਪਣੀ ਸਰਕਾਰੀ ਸਿਕਿਉਰਿਟੀ ਤੇ ਆਪਣੀ ਗੱਡੀ ਲਾਲ ਬੱਤੀ ਵਾਲੀ ਖੜੀ ਕਰਕੇ ਆਏ ਸੀ। ਹੂੰ ਪਰ ਗੱਲ ਇਹ ਵੀ ਆ ਵੀ ਗੱਡੀ ਪੱਤਰਕਾਰਾਂ ਦੀ ਕਿਉਂ ਮੰਗੀ? ਅਗਲਿਆਂ ਨੂੰ ਗੱਡੀਆਂ ਦਾ ਘਾਟਾ ਕੋਈ। ਹਾਂ, ਸੱਜਣਤਾਈ ਚ ਮੰਗਣੀ ਸੀ ਨਾ। ਹੂੰ ਸੱਜਣਤਾਈ ਜੀ ਇਸ ਕਰਕੇ ਮੰਗੀ ਵੀ ਇਹਨੂੰ ਦੇ ਦੇਣੀ ਆ। ਹੂੰ ਉਪਰਾ ਬੰਦਾ ਕਿਉਂ ਗੱਡੀ ਦੇਗਾ ਆਪਣੀ? ਨਹੀਂ, ਪਹਿਲਾਂ ਹੀ ਪ੍ਰਬੰਧ ਕਰਕੇ ਅਗਲੇ ਆਉਂਦੇ ਵੀ ਫਲਾਣੀ ਜਗ੍ਹਾ ਸਰਕਾਰੀ ਰੁਕਣਗੀਆਂ, ਇੱਥੋਂ ਫਲਾਣਾ ਲੈਣ ਆਏਗਾ, ਅੱਗਾ ਫਲਾਣੇ ਦੇ ਘਰ ਜਾਣਾ ਹੈ ਤੇ ਉੱਥੇ ਹੀ ਗੱਲਾਂ ਹੋਣੀਆਂ। ਇਹ ਸਾਰਾ ਕੁਝ ਰਿਕਾਰਡ 'ਚ ਆਉਣਾ ਸੀ। ਇਹ ਜਿਹੜੀ ਗੱਲ ਪਰਦਾ ਅੱਜ ਰੰਧਾਵਾ ਸਾਹਿਬ ਪਾ ਰਹੇ ਆ ਕਿ ਉਸ ਵੇਲੇ ਖੂਫੀਆ ਤੰਤਰ ਨੂੰ ਨਹੀਂ ਪਤਾ ਹੋਏਗੀ ਪਤਾ ਹੈ ਤੇ ਕੌਣ ਖੁਫੀਆ ਮਿਲ ਕੇ ਗਿਆ। ਨਾ ਖੁਫੀਆ ਤੰਤਰ ਤੇ ਰਾਹ ਮੋਕਲੇ ਕਰਦਾ। ਬਿਲਕੁਲ। ਔਰ ਦੂਸਰੀ ਗੱਲ, ਮੀਟਿੰਗ ਕਿੱਥੇ ਹੋਈ ਆ? ਹੂੰ ਜਿਹੜੇ ਸਾਡੇ ਸਾਥੀ ਨੇ ਉਹ ਤਸਦੀਕ ਕਰਦੇ ਨੇ ਕਿ ਮੀਟਿੰਗ ਉਸ ਰਹਿائش ਤੇ ਹੋਈ ਹੂੰ ਬਰਗਾੜੀ ਪਿੰਡ ਦੀ ਜਿੱਥੇ ਭਾਈ ਧਿਆਨ ਸਿੰਘ ਮੰਡ ਆਰਜੀ ਰਹਿਣ ਬਸੇਰਾ ਕਰਦੇ ਸੀ, ਜਿੱਥੇ ਨਹਾਉਣ ਧੋਣ ਲਈ ਜਾਂਦੇ ਸੀ। ਇਸ਼ਨਾਨ ਪਾਣੀ ਲਈ, ਕੱਪੜੇ ਬਦਲਣ ਲਈ ਜਾਂਦੇ ਸੀ, ਉਸ ਜਗ੍ਹਾ ਤੇ ਮੀਟਿੰਗ ਹੋਈ। ਲੇਕਿਨ ਕਹਿੰਦੇ ਜਦੋਂ ਵਾਪਸ ਗਿਆ ਉਹ VIP ਹੂੰ ਤੇ ਫਿਰ ਸਾਨੂੰ ਪਤਾ ਲੱਗਾ ਵੀ ਸਾਡੀ ਗੱਡੀ ਕਿੱਥੋਂ ਤੱਕ ਗਈ ਹੈ। ਮਤਲਬ ਮੁੱਖ ਮੰਤਰੀ ਦੇ OSD ਬਿਲਕੁਲ ਭਾਈ ਧਿਆਨ ਸਿੰਘ ਮੰਡ ਨਾਲ ਉਹਨਾਂ ਦੀ ਆਰਜੀ ਰਹਿائش ਤੇ ਜੀ 2-3 ਘੰਟੇ ਮੁਲਾਕਾਤ ਕਰਕੇ ਤੇ ਫਿਰ ਚੀਜ਼ਾਂ ਤੈਅ ਹੋ ਜਾਂਦੀਆਂ। ਬਿਲਕੁਲ। ਤੇ ਫਿਰ ਇਹ ਜਿਹੜੇ 4 ਲੋਕ ਸੀ, 5 ਜੀ 2 ਮੰਤਰੀ ਤੇ 3 MLAs ਦਾ ਨਾਂ ਆਈ ਜਾਂਦਾ, ਜੀ ਇਹ ਸਿਰਫ ਦਿਖਾਉਣ ਲਈ ਰੱਖੇ ਸੀ। ਨਹੀਂ, ਗੱਲ ਤੇ ਫਿਰ ਉੱਥੇ ਆ ਗਈ ਕਿ ਹੁਣ ਇਹਨਾਂ ਦਾ ਰੋਸਾ ਤੇ ਇਹੋ ਹੀ ਆ ਹੂੰ ਕਿ ਸਾਨੂੰ ਕੋਈ ਤਲਬ ਕੀਤਾ ਜੇ, ਮੁੱਖ ਮੰਤਰੀ ਨੂੰ ਤਲਬ ਕਰ ਲਓ। ਉਹ ਗੱਲ ਤਾਂ ਇਹ ਆ ਵੀ ਹੁਣ ਉੱਪਰਲੇ ਘਰ 'ਚ ਵੀ ਸਭ ਠੀਕ ਨਹੀਂ, ਬਿਲਕੁਲ। ਸਾਡੀ ਉਹਨਾਂ ਨਾਲ ਵੀ ਹੁਣ ਬਣਦੀ। ਹਾਂ, ਸਾਡੀ ਬਣਦੀ ਨਹੀਂ, ਸਾਨੂੰ ਤਲਬ ਕਰੀ ਜਾਂਦੇ, ਉਹਨੂੰ ਆਵਾਜ਼ ਮਾਰ ਲਓ ਵੱਡੇ ਨੂੰ। ਲੇਕਿਨ ਇਹ ਵੀ ਸੱਚ ਹੈ ਵੀ ਗੱਲਾਂ ਹੌਲੀ ਜੀ ਸੰਕੇਤ ਨਾ ਕਰੀ ਜਾਓ। ਜੀ ਮੁੱਖ ਮੰਤਰੀ ਨੂੰ ਲੋੜ ਹੋਊ ਤੇ ਆਪੇ ਕਹੂਗਾ ਜੀ। ਬਾਹਰ ਕਿਉਂ ਕਰਦੇ, ਅੰਦਰ ਆ ਜਾਓ, ਅੰਦਰ ਕਰ ਲੈਨੇ। ਹਾਂ, ਠੀਕ ਹੈ ਜੀ, ਲੇਕਿਨ ਵਕਤ ਨਿਕਲ ਗਿਆ, ਨਿਕਲ ਗਿਆ, ਵਕਤ ਨਿਕਲ ਹੁਣ ਗਿਆ। ਪੈਚ ਅਪ ਨਹੀਂ ਹੋਣਾ। ਉਦੋਂ ਉਹਨਾਂ ਦੇ ਮਗਰ ਸੰਗਤ ਸੀ। ਹੂੰ ਬਰਗਾੜੀ ਮੋਰਚੇ ਦੇ ਉੱਤੇ ਲੱਖਾਂ ਦੇ ਇਕੱਠ ਹੁੰਦੇ ਸੀ, ਹੂੰ ਸੰਗਤ ਸੀ, ਸਰਕਾਰਾਂ ਦੀ ਚਿੰਤਾ ਸੀ। ਔਰ ਤੁਹਾਨੂੰ ਯਾਦ ਹੈ, ਮੈਂ ਇੱਕ ਵਾਰੀ ਪਹਿਲਾਂ ਵੀ ਕਹਿ ਚੁੱਕਾ ਸਾਂ ਕਿ ਕਿਸੇ ਵੀ ਧਰਨੇ ਨੂੰ ਜਿਹੜਾ ਸਰਕਾਰ ਦੇ ਖਿਲਾਫ ਲੱਗਦਾ ਉਹਨੂੰ ਖਤਮ ਕਰਨ ਲਈ ਸਰਕਾਰ ਹਰ ਹੱਥਕੰਡਾ, ਹਰ ਨੀਤੀ ਜਿਹੜੀ ਆ ਉਹ ਅਪਣਾ ਕੇ ਵੇਖਦੀ ਆ। ਮੇਰੀ ਗੱਲ ਸੁਣੋ, ਜੇ ਇਧਰਲੇ ਬੰਨੇ ਪਿੱਛੇ ਸੰਗਤ ਨਹੀਂ ਬਚੀ ਜੀ ਤੇ ਉਧਰਲੇ ਬੰਨੇ ਜਿਹੜੇ ਹੁਣੇ ਵਜ਼ੀਰ, ਇਹਨਾਂ ਦੇ ਪਿੱਛੇ ਮੁੱਖ ਮੰਤਰੀ ਵੀ ਹੈ ਨਹੀਂ। ਮੁੱਖ ਮੰਤਰੀ ਆ ਨਹੀਂ, ਹੁਣ ਗੱਲ ਦੋਵੇਂ ਬੰਨੇ ਇੱਕੋ ਜਿਹੀ ਫਸ ਗਈ। ਦੋਨਾਂ ਦਾ ਦਰਦ ਇੱਕੋ ਜਿਹਾ ਹੀ ਆ। ਲੇਕਿਨ ਗੱਲ ਇਹ ਆ ਸਰਦਾਰ ਸਾਹਿਬ ਕਿ ਜਦੋਂ ਢੱਕੀ ਰਿੱਝਦੀ ਹੈ ਜੀ ਤੇ ਪਾਣੀ ਬਾਹਰ ਆਉਂਦਾ, ਖਲਾਰਾ ਬੜਾ ਸਹੀ ਗੱਲ, ਖਲਾਰਾ ਸਹੀ- ਪੈਂਦਾ। ਬਿਲਕੁਲ ਸਹੀ ਗੱਲ। ਮਤਲਬ ਸਵਾਣੀਆਂ ਕਹਿੰਦੀਆਂ ਹੁੰਦੀਆਂ ਵੀ ਰਸੋਈ ਸਾਰੀ ਖਰਾਬ ਹੋ ਜਾਣੀ, ਜੀ ਕੁੱਕਰ ਠੀਕ ਰੱਖੋ, ਜੀ ਗੈਸ ਉਨੀ ਕੀ ਹੋਣੀ ਚਾਹੀਦੀ ਆ ਜਿੰਨੀ ਕਿ ਸੰਭਲ ਜੇ। ਬਿਲਕੁਲ ਇਹ ਇਸ ਵੇਲੇ ਖਲਾਰਾ ਪੈਣ ਵਾਲਾ ਹੈ। ਜੀ। ਜੇਕਰ ਹੁਣ ਉਦੋਂ ਦੀਆਂ ਅੰਦਰ ਦੀਆਂ ਢੱਕੀਆਂ ਨੂੰ ਕੋਈ ਉਬਾਲੇ ਨਾਲ ਬਾਹਰ ਕੱਢ ਦਿੰਦਾ, ਬਿਲਕੁਲ ਭਾਵੇਂ ਭਾਈ ਧਿਆਨ ਸਿੰਘ ਮੰਡ, ਪਰ ਉਹ ਕਿਉਂ ਕੱਢਣਗੇ? ਆਪਣੀਆਂ ਕੀਤੀਆਂ। ਜੀ ਮੰਤਰੀ ਜਿਨ੍ਹਾਂ ਨੂੰ ਪਤਾ ਹੈ ਕਿ ਅੰਦਰ ਕੀ ਹੋਇਆ, ਉਹ ਜੀ। ਕੱਢ ਸਕਦੇ ਆ। ਬਿਲਕੁਲ ਮੁੱਖ ਮੰਤਰੀ ਲਈ ਮੁਸ਼ਕਲ ਪੈਦਾ ਹੋ ਸਕਦੀ। ਜੀ ਤੁਸੀਂ ਚੁੱਪ ਚਪੀਤੇ ਉਹਲੇ ਚ ਕਿਉਂ ਕਰਦੇ ਰਹੇ? ਤੁਸੀਂ ਨੰਗੇ ਦਿਨ ਕਿਉਂ ਨਹੀਂ ਕਰਦੇ ਰਹੇ? ਜਿਵੇਂ ਬਾਦਲਾਂ ਤੇ ਇਲਜ਼ਾਮ ਆਉਂਦਾ ਰਿਹਾ, ਬਿਲਕੁਲ ਸਹੀ ਗੱਲ। ਬਾਦਲਾਂ ਤੇ ਇਲਜ਼ਾਮ ਇਹੀ ਆਉਂਦਾ ਰਿਹਾ ਕਿ ਜਿਹੜਾ ਸਰਸੇ ਵਾਲਾ ਸਾਧ ਸੀ ਜੀ। ਉਹਨੂੰ ਮਾਫੀ ਦੇਣ ਲਈ ਉਹ ਲੰਬੀ ਚੌੜੀ ਕਵਾਇਦ ਬਣਾਈ। ਬਿਲਕੁਲ ਸਿੰਘ ਸਾਹਿਬ ਨੂੰ ਕਹਿੰਦੇ ਜੀ ਕਿਤੇ ਸੱਦਿਆ ਗਿਆ ਜੀ ਨਿੱਜੀ ਰਹਿائشਾਂ 'ਚ, ਇਹੀ ਦੋਸ਼ ਲੱਗਦੇ। ਬਿਲਕੁਲ ਸਹੀ ਕਹਿੰਦੇ ਜੀ ਤੁਸੀਂ ਉਹਲੇ 'ਚ ਕਰਕੇ ਸਾਹਮਣੇ ਲਿਆ ਕੇ ਸੰਗਤ ਨੂੰ ਜੀ। ਕਹਿੰਦੇ ਆ ਕਿ ਅਗਲੇ ਨੇ ਮਾਫੀ ਮੰਗ ਲਈ, ਬਿਲਕੁਲ ਚਿੱਠੀ ਤਾਂ ਬਾਅਦ ਚ ਆਉਂਦੀ। ਜੇ ਇਹੀ ਮੁੱਖ ਮੰਤਰੀ ਇਸ ਤੇ ਇਲਜ਼ਾਮ ਲੱਗੂਗਾ, ਮੂੰਹ ਛਪਾਉਣਾ ਔਖਾ, ਬਿਲਕੁਲ ਮੂੰਹ ਦਿਖਾਉਣਾ ਵੀ ਔਖਾ। ਜੀ। ਲੇਕਿਨ ਸਵਾਲ ਤੇ ਇਹੋ ਹੀ ਹੋਣਾ ਕਿ ਜਦੋਂ ਕੋਈ ਹੁਣ ਕਹਿਣਗੇ ਅਸੀਂ ਦੁਬਾਰਾ ਸੈਸ਼ਨ ਸੱਦਣਾ ਵਿਸ਼ੇਸ਼ ਕਾਰਵਾਈ ਲਈ, ਤੇ ਲੋਕ ਯਾਦ ਕਰਾਉਣਗੇ ਪੁਰਾਣਾ ਵੀ ਯਾਦ ਕਰ ਲਓ, ਤੇ ਪੁਰਾਣੇ ਦੇ ਵਿੱਚ ਝੋਲੀਆਂ ਅੱਡਣ ਵਾਲੇ ਮੋਰੀ ਆ ਜਾਣਗੇ ਫਿਰ ਦੁਬਾਰਾ। ਜੀ ਇਹ ਬਰੀ ਨਹੀਂ ਹੋ ਸਕਣਗੇ। ਪਰ ਸਰਦਾਰ ਜੀ ਇੱਕ ਬਹੁਤ ਅਹਿਮ ਜਿਹੜਾ ਮਸਲਾ ਹੈ ਉਹ ਇੱਥੇ ਆ ਕੇ ਅਟਕ ਗਿਆ। ਦੇਖੋ ਕੀ ਹੋਇਆ ਕਿ ਇਹ ਜਿਹੜੇ 2 ਮੰਤਰੀ ਤੇ ਇਹਨਾਂ ਦੇ ਸਾਥੀ ਜੀ ਜਿਨ੍ਹਾਂ ਨੇ ਇਕੱਠੇ 5 ਨੇ ਕਤਾਰ 'ਚ ਖੜੇ ਹੋ ਕੇ ਉਹ ਫੋਟੋ, ਉਹ ਪੱਤਰ, ਜੀ ਉਹ ਜਨਤਕ ਕੀਤਾ। ਜੀ ਜੀ ਮੀਡੀਆ ਦੇ ਵਿੱਚ ਫੋਟੋ ਖਿਚਾਈ, ਬਿਲਕੁਲ ਧਿਆਨ ਸਿੰਘ ਮੰਡ ਨੂੰ ਤਿੱਖੇ ਸਵਾਲ ਕਰ। ਜੀ
ਬਿਹਤਰ ਇਹ ਸੀਗਾ ਕਿ ਪਹਿਲਾਂ ਭਾਈ ਧਿਆਨ ਸਿੰਘ ਮੰਡ ਉਹਨਾਂ ਨਾਲ ਗੱਲ ਕਰ ਲੈਂਦੇ, ਜੀ ਇਹ ਉਹ ਇਹਨਾਂ ਨੂੰ ਦੱਸ ਦਿੰਦੇ ਵੀ ਸਥਿਤੀ ਇਹ ਆ। ਹੁਣ ਹਾਂ। ਭਾਈ ਧਿਆਨ ਸਿੰਘ ਮੰਡ ਆਪਣੀ ਜਥੇਦਾਰੀ ਨੂੰ ਅੱਗੇ ਵਧਾਉਣ ਲਈ ਜੀ। ਕਿ ਮੈਂ ਹੂੰ ਨਾ, ਬਿਲਕੁਲ ਇਹਨਾਂ ਨੂੰ ਤਲਬ ਕਰਦੇ ਆ। ਜੀ ਇਹ ਅਗਲੇ ਬੰਨੇ ਕਿ ਅਸੀਂ ਵੀ ਹਾਂ ਨਾ, ਉਹਨਾਂ ਨੇ ਆਪਣਾ ਦੇ ਦਿੱਤਾ। ਹੁਣ ਦੋਨਾਂ ਨੇ ਜਿਹੜੀ ਵਿਚਲੀ ਗੱਲ ਸੀ ਉਹਨੂੰ ਧਿਆਨ 'ਚ ਨਹੀਂ ਰੱਖਿਆ ਤੇ ਦੋਨਾਂ ਦੇ ਟਕਰਾਅ ਬਣ ਗਏ। ਸਹੀ ਗੱਲ ਜਿੱਥੇ ਇਹ ਦੱਬੀ ਰਹਿਣੀ ਸੀ, ਇਹ ਕੁਦਰਤ ਦਾ ਕੋਈ ਮੇਲ ਜੋਲ ਹੁੰਦਾ, ਜੀ ਕੁਦਰਤ ਦੀ ਕੋਈ ਆਪਣੀ ਵੀ ਕਰਾਮਾਤ ਹੈ ਸਹੀ ਗੱਲ ਕਿ ਇਹ ਦੋਵੇਂ ਟਕਰਾਅ 'ਚ ਬਿਨਾਂ ਮਤਲਬ ਆ ਗਏ। ਬਿਲਕੁਲ ਨਾ ਉਹਨੂੰ ਆਉਣ ਦੀ ਲੋੜ ਸੀ, ਨਾ ਇਹਨਾਂ ਨੂੰ ਆਉਣ ਦੀ ਲੋੜ ਸੀ। ਸਹੀ ਗੱਲ ਹੈ। ਹੁਣ ਜਦੋਂ ਟਕਰਾਅ ਬਣ ਗਿਆ, ਹੁਣ ਜਿਹੜੀਆਂ ਅੰਦਰ ਪਰਦੇਦਾਰੀ 'ਚ ਹੋਈਆਂ ਉਹ ਬਾਹਰ ਆਉਣੀਆਂ। ਬਿਲਕੁਲ ਇਹ ਵੀ ਇੱਕ ਕੁਦਰਤ ਦੀ ਕਰਾਮਾਤ ਹੈ। ਜੀ ਹੁਣ ਇਹਦੇ ਵਿੱਚ ਕੌਣ ਕਦੋਂ ਕਿੱਥੇ ਮੀਟਿੰਗ ਕਰ ਗਿਆ, ਹਾਂ ਸੰਗਤ ਦੀਆਂ ਭਾਵਨਾਵਾਂ ਨੂੰ ਕੌਣ ਵੇਚ ਗਿਆ, ਸੰਗਤ ਦੀਆਂ ਭਾਵਨਾਵਾਂ ਨੂੰ ਕਿਹਨੇ ਖਰੀਦ ਲਿਆ, ਜੀ ਕਿਹਨੇ ਆਪਣੀ ਅਮਨ ਕਾਨੂੰਨ ਦੀ ਸਮੱਸਿਆ ਦੇ ਨਜ਼ਰੀਓਂ ਆਪਣੀ ਸਟੇਟ ਦਾ ਹੱਥ ਸਿੱਧਾ ਕਰ ਲਿਆ। ਜੀ ਸਵਾਲ ਤੇ ਸਲਤਨਤ ਦਾ। ਦੋਸ਼ ਤੇ ਇੱਕੋ ਹੀ ਆ, ਚਾਹੇ ਅਕਾਲੀ ਦਲ ਤੇ ਲੱਗਾ ਹੋਵੇ ਚਾਹੇ ਕਾਂਗਰਸ ਦੇ ਇਹਨਾਂ ਮੰਤਰੀਆਂ ਤੇ ਜਾਂ ਸਰਕਾਰ ਤੇ, ਕਿ ਤੁਸੀਂ ਕੌਮ ਦੀਆਂ ਭਾਵਨਾ ਦਾ ਖਿਲਵਾੜ ਕੀਤਾ। ਜੀ ਇਹੋ ਹੀ ਦੋਸ਼ ਉਹਨਾਂ ਤੇ ਸੀ ਤੇ ਇਹੀ ਦੋਸ਼ ਭਾਈ ਧਿਆਨ ਸਿੰਘ ਮੰਡਦੇ ਆ ਇਹੋ ਕਿ ਤੁਸੀਂ ਲਗਾਤਾਰ 6 ਮਹੀਨਾ ਮੋਰਚਾ ਚੱਲਣ ਤੋਂ ਬਾਅਦ ਸੰਗਤ ਨੂੰ ਪੁੱਛੇ ਬਿਨਾ, ਉਹ ਸੰਗਤ ਚੁੱਕਿਆ ਜਿਹੜੀ ਕਿਉਂ? ਸਵੇਰ ਤੋਂ ਸ਼ਾਮ ਉੱਥੇ ਬੈਠਦੀ ਸੀ, ਚੁੱਕਿਆ ਕਿਉਂ? ਪਹਿਲੀ ਵਾਰੀ ਕੌਮ ਦਾ ਪ੍ਰੈਸ਼ਰ ਬਣਿਆ ਸੀ ਬਿਲਕੁਲ ਔਰ ਪ੍ਰੈਸ਼ਰ ਇੰਨਾ ਸੀ ਜੀ ਕਿ ਸਰਕਾਰਾਂ ਲਈ ਔਖਾ ਸੀ। ਤਾਂ ਹੀ ਸਰਕਾਰ ਉਸੇ ਪ੍ਰੈਸ਼ਰ ਨੂੰ ਵੇਖਦਿਆਂ ਤੇ ਇਹ ਪੰਜ ਗਏ ਉੱਥੇ। ਹਾਂ ਅੱਜ ਜੋ ਮਰਜ਼ੀ ਕਹਿਣ, ਹੂੰ ਆਖਰ ਜੇ ਇਹ ਮੁੱਖ ਮੰਤਰੀ ਦੇ ਨੁਮਾਇੰਦੇ ਸੀ ਹੂੰ ਉਦੋਂ ਇਹਨਾਂ ਦੇ ਉੱਤੇ ਮੁੱਖ ਮੰਤਰੀ ਦਾ ਦਬਾਅ ਸੀ ਜਾਂ ਇਹ ਵਾਕਿਆ ਹੀ ਨੁਮਾਇੰਦੇ ਵਜੋਂ ਗਏ ਸੀ। ਹੂੰ ਤੇ ਹੁਣ ਜਦੋਂ ਇਹਨਾਂ ਦੇਖਿਆ ਕਿ ਸਾਡੇ ਤੇ ਮਗਰ ਵੀ ਕੋਈ ਨਹੀਂ ਰਹਿ ਗਿਆ, ਜੀ ਰੋਜ਼ ਅਗਲੇ ਟਿੱਚ ਕਰਕੇ ਜਾਣਦੇ ਆ, ਤੁਹਾਡੇ ਸਾਹਮਣੇ ਨਾ ਅਸਤੀਫਾ ਕੱਢ ਕੇ ਦੇਤਾ ਸੀ, ਜੀ 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 ਮੈਂ ਚੱਲਿਆ ਜੀ, ਹੂੰ ਹਾਲਾਤ ਤੇ ਇੱਥੋਂ ਤੱਕ ਆ ਗਏ ਆ। ਹੁਣ ਜਦੋਂ ਜਿਹੜੀ ਅੰਦਰ ਰਿੰਝੀ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਸਾਹਮਣੇ ਮੱਚਦੀ ਪਈ, ਉਹ ਤੋਂ ਵੀ ਤੇ ਰਾਹਤ ਲੈਣੀ ਹੈ ਨਾ। ਰਾਤ ਇਦਾਂ ਨਹੀਂ ਮਿਲਣੀ ਸਰਦਾਰ ਜੀ। ਗੱਲ ਇਹ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਇੱਕ ਤੋਂ ਵੱਧ ਵਾਰੀ ਇਹ ਗੱਲ ਕਹਿ ਚੁੱਕੇ ਆ ਜੀ ਕਿ ਮੇਰੇ ਲਈ ਇਹ ਬਹੁਤ ਵੱਡਾ ਸੰਕਟ ਹੈ, ਬਿਲਕੁਲ ਮੈਂ ਗੁਰੂ ਦੇ ਸਨਮੁਖ ਆਪਣੇ ਆਪ ਨੂੰ ਦੋਸ਼ੀ ਮੰਨਦਾ। ਜੀ ਅਸੀਂ ਉਸ ਕਵਾਇਦ ਦਾ ਹਿੱਸਾ ਬਣੇ ਹੀ ਕਿਉਂ, ਜੀ ਜਿਹਦੇ ਵਿੱਚ ਸਾਨੂੰ ਮੁੱਖ ਮੰਤਰੀ ਨੇ ਪ੍ਰੋਮਿਸ ਕਰਕੇ ਭੇਜਤਾ, ਜੀ ਅਸੀਂ ਅੱਜ ਤੱਕ ਉਹ ਪ੍ਰੋਮਿਸ ਪੂਰੇ ਨਹੀਂ ਕਰ ਸਕੇ। ਜੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਸਭ ਹੋਇਆ, ਵੇਖਾ ਵਿਖਾਲੀ ਸਭ ਹੋਈ। ਜੀ। ਇਸ ਤੋਂ ਬਾਅਦ ਹਾਈ ਕੋਰਟਾਂ ਤੋਂ ਲੈ ਕੇ SITs ਤੋਂ ਲੈ ਕੇ ਕਿੰਨਾ ਕੁਝ ਵਾਪਰ ਗਿਆ, ਜੀ। ਇਨਸਾਫ ਨਹੀਂ ਵਾਪਰਿਆ। ਉਹਨਾਂ ਨੂੰ ਇੰਜ ਲੱਗਦਾ ਹੈ ਕਿ ਇਹਦੇ ਵਿੱਚ ਅਸੀਂ ਬਿਨਾਂ ਮਤਲਬ ਘੇਰੇ 'ਚ ਆ ਗਏ। ਜੀ ਉਦੋਂ ਤਾਂ ਸੁਖਜਿੰਦਰ ਸਿੰਘ ਰੰਧਾਵਾ ਕਿਉਂਕਿ ਅੰਮ੍ਰਿਤਧਾਰੀ ਨੇ, ਇਸ ਕਰਕੇ ਸਰਕਾਰ ਵੱਲੋਂ ਇੱਕ ਸਿੱਖ ਚਿਹਰਾ ਭੇਜਤਾ। ਜੀ ਹੁਣ ਉਹ ਸਿੱਖ ਚਿਹਰਾ ਵਿੱਚ ਵਿਚਾਲੇ ਫਸ ਗਿਆ। ਜੀ ਦੋ ਧੁਰੇ ਸੀਗੇ ਪਾਵਰ ਦੇ, ਇੱਕ ਲੋਕਾਂ ਦੇ ਦਬਾਅ ਦੀ ਪਾਵਰ ਸੀ, ਦੂਜੇ ਬੰਨੇ ਮੁੱਖ ਮੰਤਰੀ ਦੀ ਅਨਸਰ ਦੀ ਲੋੜ ਸੀ ਧਰਨਾ ਚੁਕਾਉਣਾ। ਦਰਮਿਆਨ ਵਾਲਾ ਬੰਦਾ ਜਿਹੜਾ ਹੈ ਜਾਂ ਦਰਮਿਆਨ ਵਾਲੇ 5 ਲੋਕ ਆ, ਇਸ ਵੇਲੇ ਉਹਨਾਂ ਲਈ ਸੰਕਟ ਹੈ। ਜਾਂ ਤਾਂ ਉਹ ਇੱਕ ਇੱਕ ਗੱਲ ਅੱਗੇ ਜਾ ਕੇ ਨਸ਼ਰ ਕਰਨਗੇ ਕਿ ਮੁੱਖ ਮੰਤਰੀ ਨੇ ਕਦੋਂ ਕੀ ਕਿਹਾ, ਏਜੰਡਾ ਕੀ ਸੀਗਾ, ਜਾਂ ਫਿਰ ਧਿਆਨ ਸਿੰਘ ਮੰਡੇ ਕਲੀਅਰ ਕਰਨਗੇ ਭਾਈ ਸਾਹਿਬ ਕਿ ਮੇਰੇ ਨਾਲ ਮੁੱਖ ਮੰਤਰੀ ਦੀ ਸਿੱਧੀ ਗੱਲ ਹੋਈ ਕਿ ਨਹੀਂ ਹੋਈ। ਇਹ ਸਾਰੀਆਂ ਗੱਲਾਂ ਜਦੋਂ ਨਿੱਤਰ ਕੇ ਬਾਹਰ ਆਉਣਗੀਆਂ, ਫਿਰ ਸੰਗਤ ਦੀ ਜਿਹੜੀ ਇੱਕ ਏਡੀ ਵੱਡੀ ਵਿਰਾਸਤ, ਮੈਂ ਕਹਿਣਾ ਹੈ ਕਿ ਅਮੂਮਨ ਧਾਰਮਿਕ ਮਾਮਲਿਆਂ 'ਚ ਇੰਨੇ ਲੰਬੇ ਸੰਘਰਸ਼ ਬੜੇ ਘੱਟ ਚੱਲਦੇ ਆ ਔਰ ਬੜੇ ਹੀ ਸੰਜਮ ਨਾਲ, ਜਿੱਥੇ ਹਰ ਰੋਜ਼ ਉੱਥੇ ਕੀਰਤਨ ਵੀ ਹੁੰਦਾ ਸੀ, ਢਾਡੀ ਵੀ ਲੱਗਦੇ ਸੀ, ਉੱਥੇ ਇੰਜ ਲੱਗਦਾ ਸੀ ਜਿਵੇਂ ਹਰ ਦਿਨ ਇੱਕ ਮੇਲਾ ਹੈ, ਇੱਕ ਧਾਰਮਿਕ ਮੇਲਾ ਹੈ। ਤੇ ਉਹਦੇ ਵਿੱਚ ਲੋਕ ਵੇਦਨਾ ਅੱਗੇ ਵਧੀ, ਲੋਕ ਮੋਢਿਆਂ ਤੇ ਪਰਨੇ ਪਾ ਕੇ ਬੱਸਾਂ 'ਚ ਬਹਿ ਕੇ ਜਾ ਚੜ੍ਹਦੇ ਸੀ, 2 ਦਿਨ ਬਾਅਦ ਆ ਜਾਂਦੇ ਸੀ, ਉੱਥੇ ਰਸਦਾਂ 'ਚ ਪਹੁੰਚਦੀਆਂ ਸੀ, ਲੋਕ ਉੱਥੇ ਦਸਵੰਧ ਕੱਢਣ ਜਾਂਦੇ ਸੀ। ਸੋ ਜਿਹੜਾ ਇੱਕ ਗੁਰੂ ਨੂੰ ਮੁਖਾਤਬ ਸੰਗਤ ਦਾ ਪ੍ਰਵਾਹ ਸੀਗਾ, ਉਹਦਾ ਇੱਕ ਕਤਲ ਹੋਇਆ। ਉਸ ਕਤਲ ਦੇ ਵਿੱਚ ਦੇਖੋ, ਭਾਵੇਂ ਉਹ ਧਿਆਨ ਸਿੰਘ ਮੰਡ ਨੇ ਹੀ ਮੋਰਚਾ ਲਾਇਆ, ਪਰ ਉਹ ਮੋਰਚਾ ਬਾਅਦ ਦੇ ਵਿੱਚ ਗੁਰੂ ਦੀ ਸੰਗਤ ਦਾ ਬਣ ਗਿਆ। ਬਿਲਕੁਲ ਅੱਜ ਉਹ ਚੀਜ਼ ਕਿਉਂਕਿ ਇਨਸਾਫ ਨਹੀਂ ਹੋਇਆ, ਅਗਲੀ ਇਲੈਕਸ਼ਨ ਦਰਵਾਜ਼ੇ ਤੇ ਆ, ਇਲੈਕਸ਼ਨ ਦਰਵਾਜ਼ੇ ਤੇ ਆ ਸਰਦਾਰ ਸਾਹਿਬ, ਅਗਲੀ ਇਲੈਕਸ਼ਨ ਵੀ ਇਸੇ ਮੁੱਦੇ ਤੇ ਲੜੀ ਜਾਣੀ ਆ, ਸਭ ਨੂੰ ਪਤਾ ਹੈ। ਹੁਣ ਰੌਲਾ ਕਿਸ ਗੱਲ ਦਾ ਹੈ? ਇਲੈਕਸ਼ਨ ਇਸੇ ਮੁੱਦੇ ਤੇ ਲੜੀ ਜਾਣੀ ਹੈ। ਜੇ ਕਾਲੀ ਦੇ ਵਿੱਚ SIT ਡੇ ਬਾਈ ਡੇ ਦੇ ਆਧਾਰ ਤੇ ਸੁਣਵਾਈ ਲਈ ਜਾਂ ਕੋਰਟ ਜਿਹੜੀ ਨਹੀਂ ਬਣਾਈ ਜਾਂਦੀ ਪੰਜਾਬ ਸਰਕਾਰ ਵੱਲੋਂ, ਮਾਨਯੋਗ ਉੱਚ ਅਦਾਲਤ ਵੱਲੋਂ, ਤੇ ਇਹ ਕੇਸ ਮੁੱਕਣਾ ਹੀ ਨਹੀਂ, ਜੋ ਮਰਜ਼ੀ ਹੋ ਜਾਏ। ਸਹੀ ਗੱਲ ਹੈ। ਜਿਹੜੇ ਬੰਦੇ ਕਿਸੇ ਨਾ ਕਿਸੇ ਰੂਪ ਚ ਵਿੱਚ ਇਸ ਵੇਲੇ ਫਸੇ ਹੋਏ ਆ, ਜਿਨ੍ਹਾਂ ਨੂੰ ਪਤਾ ਹੈ ਕਿ ਸਾਡੀ ਜਵਾਬਦੇਹੀ ਲੋਕਾਂ ਵੱਲ ਬਣਦੀ ਆ, ਉਹਨਾਂ ਲੋਕਾਂ ਨੂੰ ਹੱਥਾਂ ਪੈਰਾਂ ਦੀ, ਤੇ ਉਹਦੇ ਵਿੱਚ ਇਹ 2 ਮੰਤਰੀ ਤੇ 3 MLA ਵੀ ਆ ਕਿ ਅਸੀਂ ਕਾਹਦੇ ਲਈ ਇਸ ਸਾਰੇ ਸੰਕਟ ਚ ਆ ਗਏ। ਨਾ ਸਾਡਾ ਕੋਈ ਲੈਣ ਸੀ, ਨਾ ਦੇਣ ਸੀ, ਲੇਕਿਨ ਨਾ ਉਹ ਕਹਿੰਦੇ ਸਾਡਾ ਨਾ ਸੁਖੀ ਰੰਧਾਵਾ ਕਹਿੰਦੇ ਮੇਰਾ ਮਹਿਕਮਾ, ਨਾ ਤ੍ਰਿਪਤ ਕਹਿੰਦੇ ਮੇਰਾ ਮਹਿਕਮਾ ਮੁੱਖ ਮੰਤਰੀ ਦਾ।
ਹੁਣ ਸਰਦਾਰ ਜੀ ਕੁੰਡੀਆਂ ਤੇ ਫਸ ਗਏ ਸਿੰਘ, ਜੀ ਤੇ ਹੁਣ ਨਿਕਲੂ ਤਾਂ ਫਿਰ ਉਹੀ ਜੋ ਹੋਊਗਾ ਵਿੱਚ। ਦੇਖੋ ਕਾਰਨ ਇਹ ਆ ਕਿ ਕੋਈ ਵੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕੇਗਾ, ਜੀ ਚਾਹੇ ਇਹਨਾਂ ਨੇ ਕਿਸੇ ਦਬਾਅ ਥੱਲੇ ਉੱਥੇ ਗਏ ਨੇ, ਚਾਹੇ ਆਪਣੀਆਂ ਧਾਰਮਿਕ ਭਾਵਨਾਵਾਂ ਕਰਕੇ ਗਏ ਨੇ, ਜਵਾਬਦੇਹੀ ਤੇ ਬਣਦੀ ਆ। ਇਹ ਨਹੀਂ ਸੋਚਣਾ ਚਾਹੀਦਾ ਕਿ ਜਿਹੜਾ 10 ਸਾਲ ਰਾਜ ਕੀਤਾ, 25 ਸਾਲ ਦਾ ਸੁਪਨਾ ਰਹਿ ਰਹੇ ਸੀ ਜੀ, ਉਹ ਰਾਤੋਂ ਰਾਤ ਕਿੱਥੇ ਹਵਾ 'ਚ ਗਾਇਬ ਹੋ ਗਏ। ਗੁਰੂ ਦੀ ਇੱਕ ਮਾਰ ਸੀ। ਦੇਖੋ ਇੱਕ ਵੇਵ ਸੀ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਨਾ, ਇੰਨਾ ਵਿਸ਼ਵਾਸ, ਆਤਮ ਵਿਸ਼ਵਾਸ ਸੀ, ਕਿੱਥੇ ਗਏ। ਹੁਣ ਇਹੋ ਹੀ ਜਿਹੜੇ ਆ ਇੱਕ ਪਾਸੇ ਰਣਨੀਤੀਕਾਰ ਲਾ ਲਿਆ, ਅਸੀਂ ਆਹ ਕਰ ਲੈਣਾ, ਅਸੀਂ ਆਹ ਕਰ ਲੈਣਾ ਸਾਡਾ, ਲੇਕਿਨ ਆਖਰ 3 ਮਹੀਨੇ 4 ਮਹੀਨੇ ਤੋਂ ਇਹਨਾਂ ਦਾ ਅੰਦਰੂਨੀ ਕਾਟੋ ਕਲੇਸ਼ ਕੀ ਸੀ, ਇਹੋ ਹੀ ਕਹਿ ਰਹੇ ਸੀ ਕਿ ਅਸੀਂ ਲੋਕਾਂ 'ਚ ਕਿੱਦਾਂ ਜਾਈਏ। ਬੇਅਦਬੀ ਮਾਮਲਿਆਂ 'ਚ ਇਨਸਾਫ ਨਹੀਂ ਮਿਲਿਆ, ਨਸ਼ੇ ਤੇ ਕਾਰਵਾਈ ਨਹੀਂ ਹੋਈ, ਅਗਲੇ ਸਾਫ਼ ਕਹਿ ਰਹੇ ਸੀ। ਹਾਂ, ਲੇਕਿਨ ਸਰਦਾਰ ਜੀ ਹੁਣ ਇੱਕ ਵੱਡਾ ਸਵਾਲ ਆ, ਬੇਅਦਬੀ ਮਾਮਲਿਆਂ 'ਚ ਸਮੇਧ ਸੈਣੀ ਹਰ FIR ਦੇ ਵਿੱਚ ਸ਼ਾਮਲ ਹੋਏ, ਲਗਭਗ। ਜੀ ਜੀ, ਅਸੀਂ ਇਹ ਤਸਦੀਕ ਨਹੀਂ ਕਰਦੇ, ਲੇਕਿਨ ਬਹੁਤੀਆਂ FIRs ਦੇ ਵਿੱਚ ਜ਼ਿਆਦਾਤਰ ਉਹਨਾਂ ਦਾ ਨਾਮ। ਹੁਣ ਉਹੀ ਸਮੇਧ ਸਿੰਘ ਸੈਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ 'ਚ ਫਸ ਗਏ ਜੀ, ਉਹਨਾਂ ਦੇ ਉੱਤੇ ਹੀ ED ਨੇ ਨਵਾਂ ਪਰਚਾ ਦਰਜ ਕਰਤਾ। ਸਹੀ ਗੱਲ ਹੈ, ਸਾਰੇ ਦੇ ਸਾਰੇ ਖਾਤੇ ਸੀਜ਼ ਕਰਤੇ। ਸਵਾਲ ਇਹ ਹੈ 6 ਖਾਤੇ ਸੀਜ਼ ਕਰਤੇ। ਹਾਂ, ਔਰ ਉਹਨਾਂ ਨੂੰ ਤੇ ਦੋਸ਼ ਇਹੋ ਹੀ ਲੱਗਾ ਕਿ ਇਹ ਆਪਣੇ ਸੋਰਸਿਸ ਤੋਂ, ਅਸਾਸਿਆ ਤੋਂ, ਆਮਦਨ ਤੋਂ ਵੱਧ ਇਹਨਾਂ ਦੇ ਕੋਲ ਸਰਮਾਇਆ ਹੈ। ਹੁਣ ਇਸ ਮਾਮਲੇ 'ਚ ਵੀ ਪੰਜਾਬ ਦੀ ਵਿਜੀਲੈਂਸ ਟੀਮ, ਪੰਜਾਬ ਪੁਲਿਸ ਜੀ, ਉਹਨਾਂ ਦੇ ਘਰ ਦੀ ਘੇਰਾਬੰਦੀ ਕਰਦੀ ਜੀ, ਔਰ ਇਸ ਤੋਂ ਪਹਿਲਾਂ ਵੀ ਕਈ ਵਾਰੀ ਪੰਜਾਬ ਪੁਲਿਸ ਉੱਥੇ ਗਈ ਬਿਲਕੁਲ ਦੂਜੇ ਮਾਮਲਿਆਂ 'ਚ, ਜੀ, ਭਾਵੇਂ ਮੁਲਤਾਨੀ ਵਾਲਾ ਹੋਵੇ, ਭਾਵੇਂ ਬੇਅਦਬੀ ਮਾਮਲੇ ਹੋਣ। ਸਮੇਧ ਸਿੰਘ ਸੈਣੀ ਪੁਲਿਸ ਸਿਕਿਉਰਿਟੀ 'ਚ ਰਹਿੰਦਿਆਂ ਪੰਜਾਬ ਪੁਲਿਸ ਤੇ ਕਦੇ ਹੱਥ ਨਹੀਂ ਆਏ। ਸਹੀ ਗੱਲ। ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਤਰਕ ਤੇ ਇਹ ਸਵਾਲ ਜਾਇਜ਼ ਆ ਕਿ ਅਸੀਂ ਸਾਬਕਾ DGP ਸਰਬਜੀਤ ਸਿੰਘ ਵਿਰਕ ਨੂੰ ਦੋ ਸਟੇਟਾਂ ਲੰਘ ਕੇ ਫੜ ਲਿਆਉਂਦੇ ਆ, ਬਿਲਕੁਲ, ਲੇਕਿਨ ਆਖਰ ਐਸੀ ਸਮੇਧ ਸਿੰਘ ਸੈਣੀ ਕੋਲ ਕਿਹੜੀ ਜਾਦੂਈ ਤਾਕਤ ਹੈ ਕਿ ਸਾਡੀ ਪੁਲਿਸ ਫੋਰਸ ਉਹਨਾਂ ਨੂੰ ਹੱਥ ਨਹੀਂ ਪਾ ਸਕੀ। ਲੋਕ ਸਾਨੂੰ ਮਜ਼ਾਕ ਕਰਦੇ ਆ, ਉਹ ਕਹਿੰਦੇ ਜੀ ਅਸੀਂ ਫੋਨ ਬੰਦ ਕਰਕੇ ਰੱਖਦੇ ਆ, ਕਿੱਦਾਂ ਲੋਕਾਂ ਨੂੰ ਫੇਸ ਕਰੀਏ, ਕੀ ਜਵਾਬ ਦਈਏ, ਸਾਡੀ ਹੈਸੀਅਤ ਕੀ ਹੈ। ਬੜੇ ਲੌਜਿਕ ਵਾਲੇ ਤੇ ਤਲਖ ਸਵਾਲ ਨੇ, ਪਰ ਕੀਤੇ ਕਿਹਨੂੰ ਜਾ ਰਹੇ? ਸਰ ਮੈਂ ਇਹ ਪੁੱਛਦਾ ਕੀਤੇ ਕਿਹਨੂੰ ਜਾ ਰਹੇ? ਤੁਸੀਂ ਖੁਦ ਸਰਕਾਰ ਹੋ, ਤੁਸੀਂ ਮੰਤਰੀ ਹੋ, ਤੁਸੀਂ ਸਰਕਾਰ ਦਾ ਹਿੱਸਾ ਹੋ। ਸਵਾਲ ਤੇ ਮੇਰੇ ਕੋਲ ਵੀ ਹੈ। ਲੋਕ ਪੁੱਛਦੇ ਨੇ ਕਿ ਜਿਹੜਾ ਤੁਸੀਂ ਸਪਸ਼ਟੀਕਰਨ ਜਥੇਦਾਰ ਨੂੰ ਭੇਜਿਆ, ਕੀ ਇਹਦੇ ਬਾਰੇ ਵੀ ਆਪਣੇ ਸਿਆਸੀ ਮਾਲਕ ਨੂੰ ਪੁੱਛ ਲਿਆ ਸੀ, ਜਿਨ੍ਹਾਂ ਦੇ ਹੁਕਮ ਤੇ ਤੁਸੀਂ ਇੱਧਰ ਆਏ ਸੀਗੇ, ਬਰਗਾੜੀ ਮੋਰਚੇ ਤੇ ਵਾਅਦੇ ਕਰਦੇ ਰਹੇ? ਇਹਦੇ ਬਾਰੇ ਵੀ ਕੈਪਟਨ ਸਾਹਿਬ ਨਾਲ ਸਲਾਹ ਲੈ ਲਈ ਸੀ ਕਿ ਅਸੀਂ ਚਿੱਠਾ ਜਾਰੀ ਕਰ ਦਈਏ ਫਿਰ ਜੇ ਸਪਸ਼ਟੀਕਰਨ, ਕਿਉਂਕਿ ਤੁਸੀਂ ਮੰਤਰੀ ਹੋ ਸੂਬੇ ਦੇ, ਤੁਸੀਂ ਕੋਈ ਸਧਾਰਨ ਨਹੀਂ ਹੋ। ਘੱਟੋ ਘੱਟ ਜੇ ਤੁਸੀਂ ਆਪ ਮੰਨਦੇ ਹੋ ਕਿ ਅਸੀਂ ਸਿੱਖ ਹਾਂ, ਅੰਮ੍ਰਿਤਧਾਰੀ ਸਿੱਖ ਹਾਂ, ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ, ਤੇ ਫਿਰ ਭਾਵਨਾਵਾਂ ਦੀ ਠੇਸ ਦਾ ਦੋਸ਼ ਤੇ ਸਾਰਿਆਂ ਲਈ ਬਰਾਬਰ। ਕੀ ਗੱਲਾਂ ਕਰਦੇ ਹੋ ਸਰਦਾਰ ਜੀ? ਜੇ ਮੁੱਖ ਮੰਤਰੀ ਨਾਲ ਇੱਕੋ ਕਾਊਚ ਤੇ ਬਹਿੰਦੇ ਹੁੰਦੇ ਤਾਂ ਇਹ ਨੌਬਤ ਇੱਥੋਂ ਤੱਕ ਆਉਂਦੀ। ਜਿੰਨਾ ਚਿਰ ਇੱਕੋ ਸੋਫੇ ਤੇ, ਇੱਕੋ ਕਾਊਚ ਤੇ, ਇੱਕੋ ਟੇਬਲ ਤੇ ਖਾਣਾ ਚੱਲਦਾ ਸੀ, ਉਦੋਂ ਤੱਕ ਕੋਈ ਮਸਲਾ ਨਹੀਂ ਆਇਆ, ਉਦੋਂ ਤੱਕ ਸਭ ਅੱਛਾ ਸੀ। ਬਿਲਕੁਲ। ਹੁਣ ਸਭ ਅੱਛਾ ਕਿਉਂ ਨਹੀਂ? ਕਿਉਂਕਿ ਹੁਣ ਸਿਆਸਤ ਦੇ ਵਿੱਚ ਸਰਵਾਈਵਲ ਦਾ ਮਾਮਲਾ ਹੈ, ਹੁਣ ਸਿਆਸਤ ਦੇ ਵਿੱਚ ਆਪਣੇ ਲੋਕਾਂ 'ਚ ਜਿਉਂਦੇ ਰਹਿਣ ਦਾ ਮਾਮਲਾ ਹੈ, ਹੁਣ ਮਨ ਤੇ ਪਏ ਬੋਝ ਦਾ ਮਾਮਲਾ ਹੈ, ਹੁਣ ਸਿਆਸਤ ਚਮਕਾਉਣ ਦਾ ਮਾਮਲਾ। ਸਰਦਾਰ ਸਾਹਿਬ ਮਤ ਭੁੱਲੋ ਕਿ ਜੇ ਇਸ ਵੇਲੇ ਮਿਨਿਸਟਰ ਇਹ ਸਵਾਲ ਕਰ ਰਿਹਾ ਕਿ ਅਸੀਂ ਸਮੇਧ ਸੈਣੀ ਨੂੰ ਕਿਉਂ ਨਹੀਂ ਫੜ ਸਕੇ, ਤਾਂ ਇਹ ਸਿੱਧਾ ਸਵਾਲ ਇੱਕ ਬੰਦੇ ਦੇ ਉੱਤੇ, ਕੈਪਟਨ ਅਮਰਿੰਦਰ ਸਿੰਘ ਤੇ ਨਹੀਂ ਰੱਖਿਆ ਜਾ ਸਕਦਾ। ਪੂਰੀ ਵਜ਼ਾਰਤ, ਪੂਰੇ ਦੇ ਪੂਰੇ ਜਿਹੜੇ MLAs ਨੇ ਸਾਰੇ ਜ਼ਿੰਮੇਵਾਰ ਆ, ਕਿਉਂਕਿ ਮੁੱਖ ਮੰਤਰੀ ਚੁਣਿਆ ਗਿਆ MLAs ਵੱਲੋਂ। ਤੁਸੀਂ ਕੈਬਨਿਟ 'ਚ ਇਕੱਠੇ ਬੈਠਦੇ ਹੋ, ਕਿੰਨੀਆਂ ਕੈਬਨਿਟ ਦੇ ਵਿੱਚ ਤੁਸੀਂ ਆਪਣੇ ਵੱਲੋਂ ਏਜੰਡਾ ਲਿਆ ਕੇ ਪੇਸ਼ ਕੀਤਾ, ਕਿੰਨੀਆਂ ਕੈਬਨਿਟ ਦੇ ਵਿੱਚ ਤੁਸੀਂ ਪੰਜਾਬ ਦੇ ਤਰਜੀਹੀ ਮਸਲਿਆਂ ਦੇ ਉੱਤੇ ਨੋਟ ਦਰਜ ਕੀਤਾ। ਹਰੇਕ ਜਿਹੜੀ ਕੌਂਸਲ ਹੁੰਦੀ ਆ ਮਿਨਿਸਟਰਸ ਦੀ, ਉਹਦੇ ਕੋਲ ਅਖਤਿਆਰ ਹੈ ਕਿ ਉਹ ਕਿਸੇ ਵੀ ਵੇਲੇ ਆਪਣਾ ਵਿਰੋਧੀ ਨੋਟ ਦਰਜ ਕਰ ਸਕਦੀ ਕਿਸੇ ਮਾਮਲੇ ਤੇ, ਜਾਂ ਇੱਕ ਆਪਣੇ ਕੋਲੋਂ ਲਿਆਂਦਾ ਮਤਾ ਮੂਵ ਕਰ ਸਕਦੀ ਹੈ ਕੈਬਨਿਟ ਦੇ ਵਿੱਚ। ਜ਼ਰੂਰੀ ਨਹੀਂ ਹੁੰਦਾ ਕਿ ਏਜੰਡੇ ਤੇ ਰਹਿਣਾ, ਏਜੰਡੇ ਤੋਂ ਬਾਹਰ ਜਾਇਆ ਜਾ ਸਕਦਾ। ਜਦੋਂ ਲੋਕ ਸਵਾਲ ਪੁੱਛਣਗੇ ਕਿ 4.5 ਸਾਲ ਦੇ ਵਿੱਚ ਕਿਹੜੇ ਵਜ਼ੀਰ ਨੇ ਕਦੋਂ ਨਵਾਂ ਰੈਜ਼ੋਲੂਸ਼ਨ ਲਿਆਂਦਾ, ਜਦੋਂ ਆਪਣੇ ਮੁੱਖ ਮੰਤਰੀ ਨੂੰ ਜਿਹੜਾ ਵਾ ਉਹ ਪੁਆਇੰਟ ਆਊਟ ਕੀਤਾ, ਕਦੋਂ ਮੁੱਖ ਮੰਤਰੀ ਨੂੰ ਟੋਕ ਕੇ ਕਿਹਾ ਕਿ ਇਸ ਮੁੱਦੇ ਤੇ ਵੀ ਗੱਲ ਕਰੋ, ਰੌਲੇ ਤਾਂ ਪੈ ਗਏ। ਮੈਨੂੰ ਇਹ ਦੱਸੋ ਰਿਕਾਰਡ ਤੇ ਕੀ ਹੈ?
ਪੰਜਾਬ ਸਰਕਾਰ ਦੇ ਉਸ ਜਿਹੜੀ ਰੈਕਡ ਬੁੱਕ ਹੋਊਗੀ, ਉਹ ਜਿਹੜਾ ਏਜੰਡਾ ਬੁੱਕ ਹੋਊਗੀ, ਜਿਹੜੀ ਉਹ ਮਿੰਟਸ ਦੀ ਕਾਰਵਾਈ ਹੋਊਗੀ, ਉਹਦੇ ਵਿੱਚ ਕਦੋਂ ਕਿੱਥੇ ਕਿੰਨੇ ਕੀ ਦਰਜ ਕਰਾਇਆ ਇਤਿਹਾਸ ਪੁੱਛੂਗਾ। ਘੱਟੋ ਘੱਟ ਸਰਕਾਰੀ ਗੱਡੀਆਂ ਦੀ ਲੌਗ ਬੁੱਕ ਦੇ ਵਿੱਚ ਇਹ ਤੇ ਲਿਖਿਆ ਹੋਏਗਾ ਕਿ ਮੰਤਰੀ ਸਾਹਿਬ ਅੱਜ ਬਰਗਾੜੀ ਜਾ ਰਹੇ ਨੇ। ਜ਼ਰੂਰੀ ਹੈ ਸਰਕਾਰੀ 'ਚ ਜਾਣਾ? ਗਏ ਰਿਕਾਰਡ, ਸਰਕਾਰੀ ਰਿਕਾਰਡ ਤੇ ਇੰਨਾ ਹੀ ਬਹੁਤ ਹੈ। ਦੂਸਰਾ, ਜੋ ਤੁਸੀਂ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤੇ, ਉਹ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਤੁਸੀਂ ਕਿਸ ਮਕਸਦ ਲਈ ਕੌਮ ਨਾਲ ਕੀ ਵਾਅਦਾ ਕਰਕੇ ਆਏ ਜੀ। ਇਸ ਵਾਅਦੇ ਤੋਂ ਤੁਸੀਂ ਮੁੱਕਰ ਨਹੀਂ ਸਕੋਗੇ। ਚਾਹੇ ਤੁਸੀਂ ਹੁਣ ਇਹ ਕਹੋ ਕਿ ਕਪਤਾਨ ਸਾਹਿਬ ਦੇ ਨਾਲ ਸਿੱਧੀ ਗੱਲ ਸੀ, ਤੇ ਬੜਾ ਸਾਫ਼ ਹੈ ਕਿ ਤੁਹਾਡਾ ਬੌਸ ਹੈ, ਜੇ ਤੁਹਾਨੂੰ ਭੇਜ ਸਕਦਾ ਕਿਸੇ ਹੋਰ ਨੂੰ ਭੇਜ ਸਕਦਾ। ਲੇਕਿਨ ਜਿੱਥੋਂ ਤੱਕ ਇਹ ਸਵਾਲ ਕਹਿਣਾ ਕਿ ਅਸੀਂ ਹੁਣ ਜਥੇਦਾਰ ਨਹੀਂ, ਡਿਕਟੇਟਰ ਬਰਗਾੜੀ ਮੋਰਚਾ, ਲਫ਼ਜ਼ਾਂ ਦਾ ਹੇਰ-ਫੇਰ ਕਰਨਾ, ਇਹ ਕੋਈ ਮਾਫ ਨਹੀਂ ਕਰਦਾ। ਸਾਡੇ ਸਾਹਮਣੇ ਉਦਾਹਰਨਾਂ ਨੇ। ਜੂਨ 84 ਦਾ ਫੌਜੀ ਹਮਲਾ ਹੋਇਆ, ਕੇਂਦਰੀ ਮੰਤਰੀ ਸਨ ਬੂਟਾ ਸਿੰਘ, ਤਲਬ ਕੀਤਾ ਗਿਆ, ਸਪਸ਼ਟੀਕਰਨ ਮੰਗਿਆ ਗਿਆ, ਨਹੀਂ ਆਏ। ਸ਼ੇਕ ਤੇ ਨਾ ਕਿਉਂ? ਕਿਉਂਕਿ ਅਸੀਂ ਤਾਕਤ ਸੀ। ਬੂਟਾ ਸਿੰਘ ਹੋਰਾਂ ਸੋਚਿਆ ਅਸੀਂ ਕੇਂਦਰੀ ਮੰਤਰੀ, ਇਹ ਕੌਣ ਹੁੰਦੇ ਨੇ ਜਥੇਦਾਰ। ਲੇਕਿਨ ਜਦੋਂ ਪੰਥ ਚੋਂ ਛੇਕ ਦਿੱਤਾ, ਲੋਕਾਂ ਨੇ ਮਿਲਵਰਤਨ ਬੰਦ ਕਰ ਦਿੱਤਾ। ਰਾਤ ਦੇ ਹਨੇਰੇ 'ਚ ਆਉਣਾ ਪਿਆ। ਰਾਤ ਦੇ ਹਨੇਰੇ 'ਚ ਨਹੀਂ, ਦਿਨ ਦੇ ਚਾਨਣ 'ਚ ਆਏ ਪਹਿਲੀ ਵਾਰੀ। ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੂੰ 1 ਜਨਵਰੀ 1992 ਨੂੰ ਦਿੱਲੀ ਦੇ ਵਿੱਚ ਕੋਈ ਵਿਆਹ ਸੀ, ਕੋਈ ਬੈਂਕ ਦੇ ਚੇਅਰਮੈਨ ਸਨ, ਉਹਨਾਂ ਦੀ ਬੇਟੀ ਦਾ। ਉੱਥੇ ਕਿਸੇ ਦਾ ਤਰਲਾ ਮਾਰਿਆ ਕਿ ਸਿੰਘ ਸਾਹਿਬ ਨਾਲ ਮੁਲਾਕਾਤ ਕਰਾ ਦਿਓ। ਆਖਰ ਕਿਉਂ? ਕਹਿੰਦੇ ਮਨ ਤੇ ਇੱਕ ਬੋਝ ਬਣ ਗਿਆ ਸੀ ਕਿ ਹੁਣ ਮੈਂ ਪੰਥ ਚੋਂ ਛੇਕੇ ਹੋਏ ਦਾ ਦਾਗ ਲੈ ਕੇ ਜਾਵਾਂ ਸੰਸਾਰ। ਮੈਂ ਕਿਹਾ ਪਰਿਵਾਰ ਦੇ ਵਿੱਚੋਂ ਸ਼ਰੀਕੇ ਹਯਾਤ ਨੇ ਰੋਜ਼ ਮਿਹਣੇ ਮਾਰਨੇ ਸ਼ੁਰੂ ਕਰਦੇ ਸੀ। ਉਹਨਾਂ ਦੀ ਜਿਹੜੀ ਧਰਮ ਪਤਨੀ, ਉਹਨੂੰ ਕੈਂਸਰ ਦਾ ਰੋਗ ਸੀਗਾ। ਉਹਨਾਂ ਆਖਰ ਤੇ ਤਰਲਾ ਪਾਇਆ ਕਿ ਨਹੀਂ, ਪਹਿਲਾਂ ਭੁੱਲ ਬਖਸ਼ਾ ਲਾ। ਸੋ ਇਹ ਕਹਿਣਾ ਕਿ ਅੱਜ ਅਸੀਂ ਸੱਤਾ 'ਚ ਆ ਤੇ ਤੁਹਾਨੂੰ ਮਾਨਤਾ ਨਹੀਂ ਹੈ, ਤੇ ਮਾਨਤਾ ਤੇ ਭਾਈ ਉਦੋਂ ਹੀ ਆ, ਤੁਸੀਂ ਮਾਨਤਾ ਦਿੱਤੀ ਸੀ ਜਦੋਂ ਤੁਸੀਂ ਬਰਗਾੜੀ ਮੋਰਚੇ ਜਾ ਕੇ ਉਹਨਾਂ ਦੇ ਨਾਲ ਬੈਠ ਗਏ ਸੀ। ਮੈਂ ਕਿਹਾ ਸਰਦਾਰ ਜੀ, ਦੋ ਪਹਿਲੂ ਬੜੇ ਵੱਡੇ ਆਏ ਜੀ। ਇੱਕ ਤਾਂ ਜਿਹੜੇ ਭਾਈ ਧਿਆਨ ਸਿੰਘ ਮੰਡ ਹੈ ਜੀ, ਉਹਨਾਂ ਦੀ ਈਗੋ ਅੱਗੇ ਬੋਲੀ ਕਿ ਮੈਂ ਵੇਖਦਾ ਕਿਵੇਂ ਹੁੰਦਾ ਜੀ। ਅਗਲੇ ਕਹਿੰਦੇ ਅਸੀਂ ਮਿਨਿਸਟਰ ਹਾਂ ਜੀ, ਤੁਸੀਂ ਕੌਣ ਹੋ। ਬਿਲਕੁਲ। ਦੂਜੇ ਬੰਨੇ ਕਹਿੰਦੇ ਧਾਤੀ ਉਧਰ ਸਾਰਾ ਕੁਝ ਲੱਗਾ ਹੋਇਆ। ਮੈਂ ਕਿਹਾ ਜਦੋਂ ਦੋਨੇ ਬੰਨਿਓਂ ਟਕਰਾਅ ਬਣਿਆ ਜੀ, ਹੁਣ ਇਸ ਟਕਰਾਅ ਦੇ ਵਿੱਚੋਂ ਦੇਖੋ ਪੰਥ ਕੀ ਸੋਚਦਾ ਹੈ ਪਤਾ ਨਹੀਂ ਜੀ, ਲੋਕਾਂ ਦੇ ਵਿੱਚ ਕੀ ਗੱਲ ਜਾਂਦੀ ਪਤਾ ਨਹੀਂ, ਕੋਈ ਅਸਰ ਕਰਦਾ ਵੀ ਇਹਨਾਂ ਗੱਲਾਂ ਦਾ ਕਿ ਨਹੀਂ। ਇੱਥੇ ਪ੍ਰੋਫੈਸਰ ਦਰਸ਼ਨ ਸਿੰਘ ਹੋਣੀ ਵੀ ਛੇਕੇ ਹੋਇਆ ਜੀ, ਇੱਥੇ ਬਹੁਤ ਵੱਡੇ ਮੈਂ ਹੁਣ ਇੱਕ ਅਖਬਾਰ ਸਮੂਹ ਦੇ ਮਾਲਕ ਛੇਕੇ ਹੋਇਆ ਜੀ ਜੀ। ਪੰਥ ਚੋਂ ਛੇਕਣ ਵਾਲਿਆਂ ਦੀ ਲਿਸਟ ਲੰਬੀ ਆ, ਲੰਬੀ। ਪ੍ਰੋਫੈਸਰ ਮੇਰੇ ਖਿਆਲ ਕੀ ਨਾਂ ਸੀ ਉਹਨਾਂ ਦਾ, ਪਿਆਰਾ ਸਿੰਘ ਜਾਂ ਕੋਈ ਹੋਰ, ਇਸ ਤਰ੍ਹਾਂ ਦੇ ਕਾਫੀ ਲੋਕ ਜਿਹੜੇ। ਪ੍ਰੋਫੈਸਰ ਦਰਸ਼ਨ ਸਿੰਘ ਉਹ ਸੀਗੇ ਇੱਕ ਚੰਡੀਗੜ੍ਹ ਵਾਲੇ, ਡਾਕਟਰ ਦਰਸ਼ਨ ਸਿੰਘ, ਉਹਨਾਂ ਦਾ ਵੀ ਹੋਇਆ ਸੀ, ਰੌਲਾ ਪਿਆ। ਸਵਾਲ ਇਹ ਹੈ ਕਿ ਇੱਕ ਵਾਰੀ ਮੈਨੂੰ ਲੱਗਦਾ ਉਹੀ ਇਤਿਹਾਸ ਦੁਹਰਾਇਆ ਜਾਊਗਾ, ਖਿੱਚ ਚੋਂ, ਗੁੱਸੇ ਚੋਂ। ਮੇਰਾ ਖਿਆਲ ਆ ਕਿ ਕਿਸੇ ਵੇਲੇ ਪੰਥਕ ਮਰਿਆਦਾਵਾਂ ਉਲੰਘੀਆਂ ਵੀ ਜਾਣਗੀਆਂ, ਉਲੰਘੀਆਂ ਜਾ ਸਕਦੀਆਂ, ਕਿਉਂਕਿ ਕਾਲ ਦੇ ਵਿੱਚ, ਗੁੱਸੇ 'ਚ, ਖਿੱਚ ਵਿੱਚ ਬੜਾ ਕੁਝ ਹੋ ਜਾਂਦਾ। ਅਗਲੇ ਦਿਨ ਤਲਖੀ ਵਾਲੇ ਹੋਣਗੇ, ਬਿਲਕੁਲ, ਜਾਂ ਸਮਝੌਤੇ ਵਾਲੇ ਹੋਣਗੇ, ਅੰਦਰ ਵੜ ਕੇ ਮਿਲ ਲਿਆ ਜਾਊਗਾ, ਜਾਂ ਚਿੱਟੇ ਦਿਨ ਦੇ ਵਿੱਚ ਤਲਵਾਰਾਂ ਲਹਿਰਾਈਆਂ ਜਾਣਗੀਆਂ। ਤਲਵਾਰਾਂ ਦਾ ਮਤਲਬ ਵਿਚਾਰਾਂ ਦੀਆਂ ਤਲਵਾਰਾਂ, ਅਸੀਂ ਦੂਜੀਆਂ ਨਹੀਂ ਕਹਿੰਦੇ। ਵਿਚਾਰ ਦੀ ਤਲਵਾਰ ਲਹਿਰਾਈ ਜਾਊਗੀ, ਇੱਕ ਦੂਜੇ ਦੇ ਵੱਲ ਖੰਡੇ ਸਿੱਧੇ ਕੀਤੇ ਜਾਣਗੇ, ਵੇਖਦੇ ਰਹਿਣਾ। ਨਹੀਂ, ਮੈਨੂੰ ਤੇ ਹੋਰ ਲੱਗਦਾ ਇਹ ਨਾ ਹੋਵੇ ਕਿ ਇਹ ਸਾਰੇ ਵਰਤਾਰੇ ਤੋਂ ਪਹਿਲਾਂ 11 ਅਗਸਤ ਤੋਂ ਪਹਿਲਾਂ ਸਵੇਰੇ ਖਬਰ ਆਵੇ ਕਿ ਪੰਜਾਬ ਪੁਲਿਸ ਦੀ ਅਗਵਾਈ ਕਰਦਿਆਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮੇਤ ਸੈਣੀ ਦੀ ਕੰਧ ਟੱਪ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਨਹੀਂ, ਇੰਜ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਟੱਪ ਸਕਦਾ। ਮੇਰੀ ਗੱਲ ਸੁਣੋ, ਚਲੋ ਹਾਸੇ ਮਜ਼ਾਕ 'ਚ, ਲਾਈਟ ਮੂਡ 'ਚ ਅਸੀਂ ਕੁਝ ਵੀ ਕਹਿ ਸਕਦੇ ਹਾਂ। ਸਰਕਾਰਾਂ ਤੇ ਇਦਾਂ ਹੀ ਕਰਦੀਆਂ। ਫਿਰ ਉਹਨਾਂ ਨੇ ਕਿਹਾ ਮੇਰੇ ਕੋਲ ਮਹਿਕਮਾ ਨਹੀਂ, ਮਹਿਕਮਾ ਹੁੰਦਾ ਮੈਂ ਦੱਸਦਾ। ਤੇ ਕੈਪਟਨ ਸਾਹਿਬ ਦਾ ਕੀ ਕਹਿਣਗੇ, ਆ ਲਓ ਮਹਿਕਮਾ ਲੈ ਲਓ। ਵਾਹ, ਕਿੱਡੀ ਸੋਹਣੀ ਗੱਲ ਕਰਤੀ ਹੈ। ਹੁਣ ਕੈਪਟਨ ਸਾਹਿਬ ਆਪਣਾ ਮਹਿਕਮਾ ਦੇ ਦੇਣਗੇ, ਤੁਹਾਨੂੰ ਲੱਗਦਾ ਇਹ ਮਹਿਕਮਾ ਕਿਤੇ ਖੋਹ ਨਾ ਲੈਣ, ਮੈਨੂੰ ਇਹ ਸ਼ੱਕ ਪੈਂਦਾ। ਜਦੋਂ ਆਪਣੇ ਗੱਲ 'ਚ ਕੋਈ ਮਰਿਆ ਸਭ ਪੈਂਦਾ ਹੋਵੇ ਤੇ ਅਗਲਾ ਕਹਿੰਦਾ ਆ ਲੈ, ਤੂੰ ਲੈ ਲਾ। ਮੈਂ ਕਿਹਾ ਮਹਿਕਮਾ ਕਿਤੇ ਖੋਹ ਨਾ ਲੈਣ, ਕੈਪਟਨ ਸਾਹਿਬ ਦੀ ਕੁਰਸੀ ਨੂੰ ਵੀ ਖਤਰਾ ਪਿਆ ਹੈ। ਇਹ ਤੁਹਾਡੀ ਗੱਲ ਸਹੀ ਹੈ ਕਿ ਆਉਣ ਵਾਲੇ ਦਿਨ ਤਲਖ ਨਹੀਂ, ਪਰਖ ਦੇ ਦਿਨ ਵੀ ਹੋਣਗੇ। ਦੇਖੋ, ਜੋ ਕੁਝ ਹੋ ਬੀਤ ਗਿਆ ਜੀ, ਉਹ ਇਤਿਹਾਸ ਦੇ ਉੱਤੇ ਲਿਖਿਆ ਗਿਆ, ਚਾਹੇ ਉਹ ਕਾਲੇ ਅੱਖਰਾਂ 'ਚ, ਚਾਹੇ ਸੁਨਹਿਰੀ ਅੱਖਰਾਂ 'ਚ। ਅਗਾਂਹ ਤੁਸੀਂ ਉਸ ਇਤਿਹਾਸ ਦੇ ਕਿਸ ਪੰਨੇ ਦੇ ਉੱਤੇ, ਕਿਸ ਭਾਸ਼ਾ ਦੇ ਨਾਲ, ਕਿਸ ਸ਼ਬਦਾਵਲੀ ਨਾਲ, ਕਿਹਨਾਂ ਰੰਗਾਂ ਨਾਲ ਲਿਖੇ ਜਾਂਦੇ ਹੋ, ਇਹ ਭਵਿੱਖ ਫੈਸਲਾ ਕਰੇਗਾ। ਬਿਲਕੁਲ ਠੀਕ ਹੈ।
ਅਸੀਂ ਨਾ ਤਾਂ ਕੋਈ ਦਾਅਵਾ ਕਰਦੇ ਹਾਂ ਤੇ ਨਾ ਹੀ ਅਸੀਂ ਕਿਸੇ ਧਿਰ ਵਿਸ਼ੇਸ਼ ਦਾ ਮਨ ਦਿਖਾਉਣਾ ਚਾਹੁੰਦੇ ਹਾਂ, ਲੇਕਿਨ ਇਹ ਸੱਚ ਆ ਘਟਨਾਵਾਂ ਜਿਸ ਦਿਸ਼ਾ ਨੂੰ ਵੱਧ ਰਹੀਆਂ ਨੇ ਉਹਦੇ ਵਿੱਚ ਟਕਰਾਅ ਬਣਿਆ ਹੋਇਆ, ਤਲਖੀ ਬਣੀ ਹੋਈ ਹੈ। ਪੰਥ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਇਹ ਭਾਵਨਾ ਵੀ ਹੈ, ਔਰ ਇਹਦੇ ਵਿੱਚ ਮੈਂ ਸੋਚਦਾ ਹਾਂ ਕਿ ਜਿਹੜੀ ਮਰਿਆਦਾ ਹੈ, ਪੁਰਾਤਨਤਾ ਹੈ, ਉਹ ਬੜੀ ਅਹਿਮ ਰੋਲ ਜੀ, ਪਲੇ ਕਰਦੀ। ਜੀ। ਜੇ ਉਹਦਾ ਖਿਆਲ ਰੱਖ ਲਿਆ ਜਾਵੇ ਸਾਰੀਆਂ ਧਿਰਾਂ ਵੱਲੋਂ, ਤਾਂ ਇੱਕ ਕਮਿਊਨਿਟੀ, ਇੱਕ ਕੌਮ ਮਾਣ ਨਾਲ ਤੇ ਸਵੈ ਮਾਣ ਨਾਲ ਅੱਗੇ ਵਧਦੀ ਹੈ। ਲੇਕਿਨ ਜੇ ਹਰ ਦਿਨ ਅਸੀਂ ਅਜੀਬ ਕਿਸਮ ਦੇ ਫੈਸਲਿਆਂ ਦੇ ਰੂਬਰੂ ਹੋਵਾਂਗੇ ਤਾਂ ਫਿਰ ਉਹਨਾਂ ਮਾਨਤਾਵਾਂ ਨੂੰ ਸੱਟ ਵੱਜਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।